20 ਤਰੀਕ ਤੱਕ ਪੋਰਟਲ ਖੁੱਲਿਆ ਸੀ ਐਪਲੀਕੇਸ਼ਨ ਲੈਣ ਲਈ ਤੇ 21 ਤਰੀਕ ਨੂੰ ਚੀਫ ਮਿਨਿਸਟਰ ਸਾਹਿਬ ਨੇ ਜਿਹੜਾ ਸਕੂਲ ਆਫ ਐਮੀਨੈਂਸ ਦਾ ਫੰਕਸ਼ਨ ਕੀਤਾ ਉਹਦੇ ਪਹਿਲੇ ਬੈਚ ਨਾਲ ਫੋਟੋ ਵੀ ਖਿਚਾ ਲਈ ਜੀ। ਮਤਲਬ ਰਾਤੋਂ ਰਾਤ ਸਾਰੀ ਸਿਲੈਕਸ਼ਨ ਹੋ ਗਈ ਜੀ। ਮੇਰੇ ਮਹਿਕਮੇ ਵੱਲੋਂ ਅਸੀਂ ਅਰੇਂਜ ਕਰ ਦਾਂਗੇ, ਸੀਐਮ ਸਾਹਿਬ ਤੋਂ ਪ੍ਰਵਾਨਗੀ ਲੈ ਲਾਂਗੇ। ਤੀਜੇ ਬੈਚ ਵਿੱਚ ਅਸੀਂ ਇਹਨਾਂ ਨੂੰ ਭੇਜਣਾ ਚਾਹੁੰਦੇ ਹਾਂ, ਨਾਲ ਜਾ ਕੇ ਦੇਖ ਆਣ। ਮੇਰੇ ਵੱਲੋਂ ਆਫਰ ਹੈ, ਤੁਸੀਂ ਅਸੈਪਟ ਕਰਨਾ ਨਹੀਂ ਕਰਨਾ। ਮੈਂ ਤੁਹਾਨੂੰ ਆਫਰ ਕੀਤਾ, ਚਲੇ ਜਾਓ, ਨਹੀਂ ਲੈ ਕੇ ਜਾਂ ਨਾ ਜਾਓ। ਖਹਿਰਾ ਸਾਹਿਬ ਸੁਣ ਤਾਂ ਲੈ ਮੰਤਰੀ ਜੀ, ਅਸੀਂ ਨਹੀਂ ਮੰਤਰੀ ਜੇ ਅਸੀਂ ਜੇ ਅਸੀਂ ਆਮ ਘਰਾਂ ਦੇ ਬੰਦੇ ਆ, ਸਾਡੀ ਗੱਲ ਨਹੀਂ ਸੁਣ ਸਕਦੇ। ਦਿਸ ਇਜ਼ ਯੋਰ ਟਵੀਟ ਸਰ। ਦਿਸ ਮੈਨ ਸਪਰੈਡਸ ਫੇਕ ਇਨਫੋਰਮੇਸ਼ਨ। ਪੰਜਾਬ ਆਪ ਤਾਂ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਘੁੰਮਣ, ਜੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਚਲੇ ਜਾਣ ਤਾਂ ਤਕਲੀਫ ਹੈ। ਲਓ ਮੇਰੀ ਤੁਹਾਡੇ ਮਾਰਫਤ ਇਹਨਾਂ ਨੂੰ ਚੁਣੌਤੀ ਆ। ਅਗਰ ਇਹ ਕਹਿੰਦੇ ਕਿ ਇਹ ਟਵੀਟ ਗਲਤ ਹੈ, ਤੁਸੀਂ ਸਾਈਬਰ ਸੈੱਲ ਵਿੱਚ ਜਾ ਕੇ ਮੇਰੇ ਖਿਲਾਫ ਕੰਪਲੇਂਟ ਕਰਕੇ ਐਫਆਈਆਰ ਦਰਜ ਕਰਾ ਦਿਓ। ਚਲੋ ਠੀਕ ਹੈ ਜੀ। ਕੈਨ ਹੀ ਡੂ ਦਿਸ ਹੇਅਰ? ਆ ਗਿਆ ਜੀ। ਕੈਨ ਨੋ ਐਂਡ ਦਿਸ ਇਜ਼ ਹਾਲਾ ਮੈਂ ਆਪਣਾ ਟਵੀਟ ਦੇਖਿਆ ਨਹੀਂਗਾ। I don't know who sent you. Maybe edited by the way. Let me tell you. ਮੰਤਰੀ ਜੀ ਸਰ ਮੈਂ ਮੀਡੀਆ ਦੀ ਹਾਜ਼ਰੀ ਵਿੱਚ ਕਹਿ ਰਿਹਾ ਹੁਣ ਸਰ ਇਹ ਵਿਧਾਨ ਸਭਾ ਦੇ ਫਲੋਟ ਤੇ ਹੋਇਆ ਡਿਸੀਜਨ ਸਰ। ਅਗਰ ਇਹ ਟਵੀਟ ਗਲਤ ਹੋਇਆ ਅਸੀਂ ਸਾਈਬਰ ਸੈੱਲ ਨੂੰ ਕੰਪਲੇਂਟ ਦਵਾਂਗੇ। ਠੀਕ ਹੈ ਜੀ। ਲੈਟ ਦ ਪੁਲਿਸ ਟੇਕ ਐਕਸ਼ਨ। ਕੇਅਰ ਦੇ ਫੈਸਲੇ ਉੱਤੇ ਕੋਈ ਵੀ ਮਾਨਯੋਗ ਮੈਂਬਰ ਕੁਐਸਚਨ ਨਹੀਂ ਕਰ ਸਕਦਾ। ਖਹਿਰਾ ਸਾਹਿਬ ਨੇ ਬੋਲਣਾ। ਖਹਿਰਾ ਸਾਹਿਬ ਨੇ ਬੋਲੋ ਜੀ। ਮਾਲ ਜੀ। ਧੰਨਵਾਦ ਸਪੀਕਰ ਸਾਹਿਬ। ਸਪੀਕਰ ਸਾਹਿਬ, ਗਵਰਨਰ ਸਾਹਿਬ ਨੇ ਇੱਕ ਇਸ਼ੂ ਫਲੈਗ ਕੀਤਾ ਸੀਗਾ, ਜਿਹੜੀ ਸਿਲੈਕਸ਼ਨ ਪ੍ਰੋਸੈਸ ਪ੍ਰਿੰਸੀਪਲਸ ਤੇ ਟੀਚਰਸ ਨੂੰ ਟ੍ਰੇਨਿੰਗ ਵਾਸਤੇ ਸਿੰਗਾਪੁਰ ਭੇਜਣ ਲਈ। ਤਾਂ ਸਰਕਾਰ ਨੇ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਤੁਸੀਂ ਤਾਂ ਸਿਲੈਕਟਡ ਹੋ, ਤੁਹਾਨੂੰ ਜਵਾਬ ਦੇਣਾ ਸਾਡਾ ਕੋਈ ਬਣਦਾ ਨਹੀਂਗਾ। ਬਕਾਇਦਾ ਚਿੱਠੀ ਲਿਖ ਕੇ ਭੇਜਤਾ ਸੀਗਾ। ਆ ਮੇਰੇ ਹੱਥ ਵਿੱਚ ਡਾਕੂਮੈਂਟਸ ਨੇ ਜੀ। ਮੈਂ ਤਾਂ ਇਲੈਕਟਡ ਹੈਗਾ ਨਾ ਜੀ। ਇਲੈਕਟਡ ਨੂੰ ਅਧਿਕਾਰ ਹੈ ਕਿ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਰੱਖ ਸਕਦਾ। ਪਹਿਲਾ ਨੋਟਿਸ ਡਾਇਰੈਕਟਰ SCRT ਨੇ ਕੱਢਿਆ ਜੀ। ਉਹਦੇ ਵਿੱਚ ਜਿਹੜੀਆਂ ਸ਼ਰਤਾਂ ਸੀਗੀਆਂ ਕਿ 5 ਸਾਲ ਦੀ ਉਹਦੀ ਸਰਵਿਸ ਹੋਣੀ ਚਾਹੀਦੀ ਸਪੀਕਰ ਸਾਹਿਬ, ਤੇ 5 ਸਾਲ ਉਹਦੀ ਰਿਟਾਇਰਮੈਂਟ ਵਿੱਚ ਹੋਣੇ ਚਾਹੀਦੇ। ਓਨਲੀ ਦੋਜ਼ ਪੀਪਲ ਕੈਨ ਅਪਲਾਈ। ਸਡਨਲੀ ਦੇयर ਵਾਸ ਅ ਪਬਲਿਕ ਨੋਟਿਸ ਅਗੇਨ ਔਨ 10th January 2023 ਜਿਹਦੇ 'ਚ ਉਹਨਾਂ ਨੇ 5 ਸਾਲ ਦੀ ਪਹਿਲੀ ਸਰਵਿਸ ਦਾ ਰਿਲੈਕਸ ਕਰਕੇ ਉਹਨੂੰ ਕਹਿਤਾ ਜੀ 2 ਸਾਲ। ਸੋ ਇੱਕ ਮਿੰਟ ਜੀ, ਉਹਦੇ ਤੋਂ ਐ ਨਜ਼ਰ ਆਇਆ ਕਿ ਕੁਛ ਨਾ ਕੁਛ ਫੇਵਰੇਟਿਜ਼ਮ, ਨੇਪੋਟਿਜ਼ਮ, ਸ਼ਰਤ ਬਦਲੀ ਗਈ ਨਾ ਇੱਕਦਮ। ਔਰ ਉਹਦੇ 'ਚ ਇੰਪੋਰਟੈਂਟ ਗੱਲ ਹੈ, ਦ ਪੋਰਟਲ ਫॉर ਅਪਲਾਈਂਗ foreign trainings with relaxed conditions will be open till 20th January 2023। 20 ਤਰੀਕ ਤੱਕ ਪੋਰਟਲ ਖੁੱਲਿਆ ਸੀ ਐਪਲੀਕੇਸ਼ਨ ਲੈਣ ਲਈ ਤੇ 21 ਤਰੀਕ ਨੂੰ ਚੀਫ ਮਿਨਿਸਟਰ ਸਾਹਿਬ ਨੇ ਜਿਹੜਾ ਸਕੂਲ ਆਫ ਐਮੀਨੈਂਸ ਦਾ ਫੰਕਸ਼ਨ ਕੀਤਾ ਉਹਦੇ ਪਹਿਲੇ ਬੈਚ ਨਾਲ ਫੋਟੋ ਵੀ ਖਿਚਾ ਲਈ ਜੀ। ਮਤਲਬ ਰਾਤੋਂ ਰਾਤ ਸਾਰੀ ਸਿਲੈਕਸ਼ਨ ਹੋ ਗਈ ਜੀ। ਐਨੀ ਇੰਟਰਵਿਊਜ਼, ਕੋਈ ਮਾੜਾ ਮੋਟਾ ਮੈਰਿਟ, ਕੋਈ ਪੁੱਛ ਪੜਤਾਲ, ਕੋਈ ਹੋਰ ਪ੍ਰੋਸੈਸ, ਦੇ ਜਸਟ ਕੰਪਲੀਟਡ ਇਟ ਓਵਰਨਾਈਟ। ਸੋ ਗਵਰਨਰ ਸਾਹਿਬ ਦਾ ਜਿਹੜਾ ਮਸਲਾ ਉਠਾਇਆ ਸੀਗਾ, ਤੁਹਾਡੀ ਗੱਲ ਆ ਗਈ ਖਹਿਰਾ ਸਾਹਿਬ, ਆ ਗਈ ਹੈ ਤੇ ਮਿਨਿਸਟਰ ਸਾਹਿਬ ਬੈਠੇ ਉਹਨਾਂ ਨੂੰ ਕਹਿਣ ਕਲੈਰੀਫਾਈ ਕਰਨ ਕਿ ਕੀ ਪ੍ਰੋਸੈਸ ਹੈ। ਸਾਰੇ ਪੰਜਾਬ ਦੇ ਲੋਕਾਂ ਦੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਪੂਰਾ ਖਦਸ਼ਾ ਵਾ। ਮੁੱਦੇ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਜਵਾਬ ਦੇ। ਜੇ ਮੰਤਰੀ ਸਾਹਿਬ ਜਵਾਬ ਦੇਣਾ ਚਾਹੁੰਦੇ, ਯੈਸ ਪਲੀਜ਼ ਸਰ। ਮੰਤਰੀ ਜੀ। ਮਾਨਯੋਗ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਪਹਿਲੀ ਗੱਲ ਤਾਂ ਜੀ ਸਰ ਇੱਥੇ ਕਾਫੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਪਹਿਲੀ ਵਾਰੀ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਚਰਚਾ ਹੋ ਰਹੀ ਹੈ ਮੇਰੇ ਮਹਿਕਮੇ ਦੀ। ਅੱਜ ਤੱਕ ਤਾਂ ਕਦੀ ਪੁੱਛਿਆ ਹੀ ਨਹੀਂ ਗਿਆ। ਵੱਡੇ ਲੀਡਰ ਜਿਨ੍ਹਾਂ ਕੋਲ ਜਦੋਂ ਮੌਕੇ ਸੀ ਉਹ ਟਵੀਟ ਕਰਨ ਲੱਗੇ ਜੀ ਹੁਣ ਇਸ ਸਕੂਲ 'ਚ ਇਹ ਹੈ ਨਹੀਂ। ਬਹੁਤ ਖੁਸ਼ੀ, ਬਹੁਤ ਧੰਨਵਾਦ ਜੀ ਸਭ ਦਾ, ਮੇਰੇ ਲਈ ਬਹੁਤ। ਦੂਜੀ ਗੱਲ ਸਰ, ਖਹਿਰਾ ਸਾਹਿਬ ਨੂੰ ਆਫਰ ਹੈ ਮੇਰੇ ਵੱਲੋਂ, ਮੇਰੇ ਮਹਿਕਮੇ ਵੱਲੋਂ ਅਸੀਂ ਅਰੇਂਜ ਕਰ ਦਾਂਗੇ, ਸੀਐਮ ਸਾਹਿਬ ਤੋਂ ਪ੍ਰਵਾਨਗੀ ਲੈ ਲਾਂਗੇ। ਤੀਜੇ ਬੈਚ ਵਿੱਚ ਅਸੀਂ ਇਹਨਾਂ ਨੂੰ ਭੇਜਣਾ ਚਾਹੁੰਦੇ ਹਾਂ, ਨਾਲ ਜਾ ਕੇ ਦੇਖ ਆਣ। ਮੇਰੇ ਵੱਲੋਂ ਆਫਰ ਹੈ, ਤੁਸੀਂ ਅਸੈਪਟ ਕਰਨਾ ਨਹੀਂ ਕਰਨਾ। ਤੀਜਾ ਸਰ, ਮੈਨੂੰ ਸਮਵਨ ਸੈਂਟ ਮੀ, ਸੁਣ ਲਓ ਹੁਣ, ਸੁਣਨ ਦਾ ਵੀ ਮਾਦਾ ਰੱਖੋ ਖਹਿਰਾ ਸਾਹਿਬ, ਐਡਰੈਸ ਕੀਤਾ ਜਾਵੇ। ਸੁਣਨ ਦਾ ਵੀ ਮਾਦਾ ਰੱਖੋ ਹੁਣ। ਚੇਅਰ ਨੂੰ ਲੈਟ ਮੀ ਸਪੀਕ। ਮੰਤਰੀ ਜੀ ਲੈਟ ਮੀ ਵਾਟ ਮੈਂ ਤੁਹਾਨੂੰ ਆਫਰ ਕੀਤਾ, ਚਲੇ ਜਾਓ, ਨਹੀਂ ਲੈ ਕੇ ਜਾਂ ਨਾ ਜਾਓ। ਖਹਿਰਾ ਸਾਹਿਬ ਸੁਣ ਤਾਂ ਲੈ ਮੰਤਰੀ ਜੀ, ਅਸੀਂ ਨਹੀਂ ਮੰਤਰੀ ਜੀ, ਜੇ ਅਸੀਂ ਆਮ ਘਰਾਂ ਦੇ ਬੰਦੇ ਆ, ਸਾਡੀ ਗੱਲ ਨਹੀਂ ਸੁਣ ਸਕਦੇ। ਮੰਤਰੀ ਜੀ ਤੁਸੀਂ ਚੇਅਰ ਨੂੰ ਐਡਰੈਸ ਕਰੋ ਸਰ। ਹੁਣ ਸੁਣ ਲੈਣ ਪਲੀਜ਼। ਉਹ ਸੁਣਨਗੇ। ਤੁਸੀਂ ਮੈਂ ਸਾਰੇ ਨੂੰ ਕਹਿੰਦਾ ਵੀ ਅਗਰ ਕੋਈ ਮੈਂ ਗੱਲ ਖੜਾ ਹੋ ਕੇ ਸਰ ਔਨ ਦਾ ਫਲੋਰ ਆਫ ਮਾਨਯੋਗ ਮੰਤਰੀ ਜਵਾਬ ਦੇ ਰਹੇ ਤੇ ਸੁਣਨਾ ਚਾਹੀਦਾ ਪਲੀਜ਼। ਸਰ ਸਭ ਤੋਂ ਪਹਿਲਾਂ ਹੁਣ 5 ਮਿੰਟ ਸਰ ਬੋਲਣ ਨਾ ਪਲੀਜ਼ ਸਰ। ਇਫ ਹੀ ਇੰਟਰਪਟਸ ਸਰ ਕਾਈਂਡਲੀ ਸਰ ਐਕਸ਼ਨ ਲਓ ਸਰ। ਅਗੇਨ ਸਰ, ਤੁਸੀਂ ਜਵਾਬ ਦਿਓ ਜੀ, ਜਵਾਬ ਦਿਓ ਜੀ। ਸਰ ਫੋਰਨ ਪਹਿਲੀ ਵਾਰੀ ਸਰ ਅਸੀਂ, ਇਹ ਸਾਡੀ ਕਮਿਟਮੈਂਟ ਸੀ ਕਿ ਅਸੀਂ ਫੋਰਨ ਐਜੂਕੇਸ਼ਨ ਸੈੱਲ ਸਰ ਅਸੀਂ ਸਟੈਬਲਿਸ਼ ਕੀਤਾ ਗਿਆ ਸਰ। ਇੱਕ ਪਾਰਦਰਸ਼ੀ ਸੈੱਲ ਬਣਾਇਆ ਗਿਆ ਸਰ SCRT ਦੇ ਵਿੱਚ। ਉਸ ਦੇ ਵਿੱਚ ਕੋਈ ਵੀ ਓਪਨਲੀ ਅਪਲਾਈ ਕਰ ਸਕਦਾ। ਉਹਦੀ ਕੰਡੀਸ਼ਨਸ ਬਣਾਈਆਂ ਗਈਆਂ। ਕੰਡੀਸ਼ਨ ਕੀ ਸੀਗੀ ਸਰ ਕਿ
ਤੁਹਾਡੀ ਸਰਵਿਸ ਦੇ ਵਿੱਚ 5 ਸਾਲ ਪੇ ਹੋਣੇ ਚਾਹੀਦੇ ਆ, ਤੁਹਾਡਾ ਅਕੈਡਮਿਕ ਰਿਕਾਰਡ ਕਿੱਦਾਂ ਦਾ ਹੈ, ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਦੇ ਦਾਖਲੇ ਕਿਵੇਂ ਹੋਏ, ਤੁਹਾਡੇ ਦੇ ਖਿਲਾਫ ਕੋਈ ਕ੍ਰਿਮੀਨਲ ਐਕਸ਼ਨ, ਕੋਈ ACR ਦੇ ਵਿੱਚ ਨੈਗੇਟਿਵਿਟੀ ਵੀ ਟਰਨ ਨਹੀਂ ਹੈਗੀ। ਇਸ ਤੋਂ ਇਲਾਵਾ ਸਰ ਇੱਕ ਕੰਡੀਸ਼ਨ ਇਹ ਸੀ ਕਿ ਤੁਹਾਨੂੰ ਸਰਵਿਸ ਦੇ ਵਿੱਚ 5 ਸਾਲ ਹੋ ਚੁੱਕੇ ਹੋਣੇ ਚਾਹੀਦੇ ਆ। ਹੁਣ ਹੋਇਆ ਕਿ ਸਰ ਜਦੋਂ ਅਸੀਂ ਇਹਨੂੰ ਓਪਨ ਕੀਤਾ ਤਾਂ ਬਿਕੋਜ਼ ਐਪਲੀਕੇਸ਼ਨਸ ਘੱਟ ਆ ਰਹੀਆਂ ਸੀ ਤਾਂ ਸਾਨੂੰ ਲੱਗਿਆ ਕਿ ਅਸੀਂ ਆਪਣੇ ਯੰਗ ਪ੍ਰਿੰਸੀਪਲਸ ਨੂੰ ਵੀ ਭੇਜੀਏ। why we are forcing them, ਤਾਂ ਅਸੀਂ ਸਰ ਉਹ 5 ਸਾਲ ਤੋਂ 2 ਸਾਲ ਤੇ ਘਟਾ ਦਿੱਤਾ ਸੀ। ਪਰ ਜਨਾਬ ਨੇ ਜਿਹੜਾ ਟਵੀਟ ਕੀਤਾ, ਮੈਨੂੰ ਕਿਸੇ ਨੇ ਸਕਰੀਨਸ਼ਾਟ ਭੇਜਿਆ, ਉਹਦੇ ਵਿੱਚ he has used ਉਹ ਕਹਿੰਦੇ ਜੀ ਜਿਹੜੀ ਪੈਂਡਿੰਗ ਸਰਵਿਸ ਹੈ ਉਹ 5 ਤੋਂ 2 ਕਰਤੀ। ਨੋ, ਜਿਹੜੀ ਸਰ ਇਨੀਸ਼ੀਅਲ, ਜੇ ਅੱਜ ਮੈਂ ਪ੍ਰਿੰਸੀਪਲ ਸਿਲੈਕਟ ਹੁੰਦਾ ਹੈ ਤਾਂ ਜੇ ਮੇਰੀ ਸਰਵਿਸ 2 ਸਾਲ ਹੈ ਉਹ ਵੀ ਅਪਲਾਈ ਕਰ ਸਕਦਾ ਐਂਡ ਇਟਸ ਓਪਨ। ਸਰ ਦੂਜੀ ਗੱਲ ਸਵਾਲ ਇਹ ਆਉਂਦੀ ਅਸੀਂ ਆਪਣੇ ਸਾਰੇ ਪ੍ਰਿੰਸੀਪਲ ਭੇਜਨੇ ਆ। ਤੀਜੀ ਗੱਲ ਸਰ ਵੀ ਮੇਰਾ ਕੋਈ 10 ਦਿਨ ਕੋਈ ਰਿਸ਼ਤੇ ਦਾ ਤੁਸੀਂ ਚੈੱਕ ਕਰੋ ਸਰ, ਸਾਰੇ ਜਿਹੜੇ ਹੈ ਸਰ ਨੈਸ਼ਨਲ ਅਵਾਰਡੀਜ਼, ਸਟੇਟ ਅਵਾਰਡੀਜ਼, ਜਿਨ੍ਹਾਂ ਉਹਨਾਂ ਦੇ ਪਿੰਡਾਂ ਵਾਲਿਆਂ ਨੂੰ ਜਾ ਕੇ ਪੁੱਛੋ, ਉਸ ਇਲਾਕੇ ਦੇ ਜਾ ਕੇ ਬੰਦਿਆਂ ਨੂੰ ਪੁੱਛੋ ਹਰਜੋਤ ਬੈਂਸ ਨੇ ਕਿਹੜਾ ਆਪਣਾ ਰਿਸ਼ਤੇਦਾਰ ਭੇਜਤਾ। ਨੰਬਰ 4 ਥਿੰਗ ਸਰ, ਉਹ ਜਿਹੜੀ ਫੋਟੋ ਹੈ ਪਹਿਲੇ ਬੈਚ ਦੀ ਫੋਟੋ ਹੈ ਸਰ, ਉਹਨਾਂ ਦੀ ਟਿਕਟਾਂ ਵੀ ਹੋ ਚੁੱਕੀਆਂ ਸੀ। ਪਹਿਲਾ ਬੈਚ 4 ਫਰਵਰੀ ਨੂੰ ਗਿਆ, ਪਹਿਲਾ ਅਕਤੂਬਰ ਚ ਖੁੱਲਿਆ ਸੀ ਜੀ ਇਹ ਸਰ। ਦਿਸ ਇਜ਼ ਫॉर ਸੈਕਿੰਡ ਬੈਚ ਲਈ ਜੀ। ਹੁਣ ਤੀਜੇ ਬੈਚ ਲਈ ਫਿਰ ਖੋਲਾਂਗੇ, ਜਦੋਂ ਵੀ ਬੈਚ ਆਊਗਾ ਉਦੋਂ ਤੀਜੇ ਬੈਚ ਲਈ ਫਿਰ ਖੋਲਾਂਗੇ, ਚੌਥੇ ਬੈਚ ਲਈ ਫਿਰ ਖੋਲਾਂਗੇ ਐਂਡ ਵੀ ਆਰ ਓਪਨ। ਅਸੀਂ ਤਾਂ ਸਭ ਨੂੰ ਭੇਜਣਾ, ਸਾਰੇ ਪ੍ਰਿੰਸੀਪਲਾਂ ਨੂੰ ਭੇਜਾਂਗੇ। ਦੈਨ ਵੇਅਰ ਇਜ਼ ਦੇयर ਐਲੀਮੈਂਟ ਆਫ ਫੇਵਰਿਟਿਜ਼ਮ? ਹੱਦ ਹੋ ਗਈ ਖਹਿਰਾ ਸਾਹਿਬ। ਬਟ ਪਹਿਲਾਂ ਹੁਣ ਤੁਸੀਂ ਮਾਫ ਸਰ ਫॉर ਰੋਂਗ ਟਵੀਟ, ਫॉर spreading wrong information and it is his habit for spreading. I show you sir, the word sir, I am using mobile, it is against the rules. No, this you can okay. use it in case Sir, he's shockingly how Bhagwant Mann hurriedly changed, and let us judge who is so hurried. Change the criteria of principal selections for Singapore training, minimum 5 years service remaining, cut down to 2 years. Where it has been cut down? Show me any document. This is your tweet sir. This man spreads fake information. पंजाब ਨੂੰ ਗੁੰਮਰਾਹ ਕਰਦਾ ਹੈ ਬੰਦਾ ਸਰ, ਪੰਜਾਬ ਨੂੰ ਗੁੰਮਰਾਹ ਕਰਦਾ ਸਰ। Sir, I am showing with evidence. I am showing with evidence. I am showing you with evidence. Sir, this is habit. Sir, habitual offender. Habitual offender. Sir, पंजाब ਨੂੰ ਗੁੰਮਰਾਹ ਕਰਨਾ ਇੱਕੋ ਹੀ। बैठो सर गुमराह करना सर मैं ऑन रिकॉर्ड दिखा रहा सर। आई एम शोइंग यू सर, आई एम अगेन रिपीटिंग sir, who is hurriedly shockingly how Bhagwant Mann, my honorable CM, hurriedly changed the criteria of principal selection for Singapore training, minimum 5 years service remaining, cut down to 2 years. Where it has been cut down? Where it has been cut down? सर हद होगी सर, हद ही होगी सर। एक मिनट मंत्री जी सर, जे सरकारी स्कूल दे प्रिंसीपल सर आप ਤਾਂ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਘੁੰਮਣ, ਜੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਚਲੇ ਜਾਣ ਤਾਂ ਤਕਲੀਫ ਹੈ। ਮਾੜਾ ਜਿਹਾ ਨੂੰ ਪੁੱਛ ਲਈਏ ਵੀ ਟਵੀਟ ਇਹਨਾਂ ਦਾ ਸਰ ਨਹੀਂ, ਇੱਕ ਸੈਕਿੰਡ ਸਰ, ਮੈਨੂੰ ਬਹੁਤ ਤਕਲੀਫ ਹੈ ਸਰ। ਝੂਠੀ ਇਨਫੋਰਮੇਸ਼ਨ ਕਿਉਂ ਫੈਲਾਈ ਜਾਂਦੀ ਹੈ ਸਰ? ਝੂਠੀ ਇਨਫੋਰਮੇਸ਼ਨ ਕਿਉਂ ਫੈਲਾਈ ਜਾਂਦੀ ਹੈ ਸਰ? ਝੂਠੀ ਇਨਫੋਰਮੇਸ਼ਨ ਕਿਉਂ ਫੈਲਾਈ ਜਾਂਦੀ ਹੈ? ਇੱਕ ਮਿੰਟ ਸਰ, ਸਿਰਫ ਅਮਰੀਕਾ ਕੈਨੇਡਾ ਜਾ ਸਕਦੇ, ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨਹੀਂ ਜਾ ਸਕਦੇ? ਕਿਉਂ ਨਹੀਂ ਜਾ ਸਕਦੇ? ਕਿ ਆਮ ਘਰਾਂ ਦੇ ਬੱਚਿਆਂ ਨੂੰ ਹੱਕ ਨਹੀਂ? ਸਰ ਹੱਦ ਹੋ ਗਈ ਸਰ। ਆਪਾਂ ਮੰਤਰੀ ਜੀ ਹੁਣ ਇਹਨਾਂ ਨੂੰ ਪੁੱਛ ਲਈਏ ਵੀ ਇਹ ਟਵੀਟ ਇਹਨਾਂ ਦੇ ਸੀ ਕਿ ਕਿਸੇ ਹੋਰ ਦਾ ਸੀ? ਹਾਂਜੀ ਖਹਿਰਾ ਸਾਹਿਬ, ਉਹ ਟਵੀਟ ਤੁਹਾਡਾ ਹੀ ਸੀ? ਸਪੀਕਰ ਸਾਹਿਬ ਇੱਕ ਮਿੰਟ ਦੇਖੋ, ਗੱਲ ਇਹ ਆ ਕਿ ਮੈਂ ਇੱਕ ਇਸ਼ੂ ਫਲੈਗ ਕੀਤਾ, ਇਹਦੇ ਚ ਡਾਇਰੈਕਟਰ, ਇੱਕ ਮਿੰਟ ਯਾਰ, ਹੁਣ ਗੱਲ ਤਾਂ ਸੁਣ ਲਓ, ਹੁਣ ਸੁਣ ਲਈਏ ਮੰਤਰੀ ਜੀ। ਸਪੀਕਰ ਸਾਹਿਬ, ਮੈਂ ਆਹ ਪਬਲਿਕ ਨੋਟਿਸ ਡਾਇਰੈਕਟਰ SCRT ਦਾ, ਜਿਹਦੇ ਚ ਪੋਰਟਲ ਦੀ ਡੇਟ ਲਿਖੀ ਹੋਈ ਆ, ਉਸ ਤੋਂ ਪਹਿਲਾਂ ਜਿਹੜਾ ਕੰਡੀਸ਼ਨ ਸੀਗੀਆਂ, ਨਾਓ let's presume he is pointing out some technical error in the tweet. अच्छा एक मिनट जी, लो मेरी ਤੁਹਾਡੇ ਮਾਰਫਤ ਇਹਨਾਂ ਨੂੰ ਚੁਣੌਤੀ ਆ, ਅਗਰ ਇਹ ਕਹਿੰਦੇ ਕਿ ਇਹ ਟਵੀਟ ਗਲਤ ਹੈ, ਤੁਸੀਂ ਸਾਈਬਰ ਸੈੱਲ ਵਿੱਚ ਜਾ ਕੇ ਮੇਰੇ ਖਿਲਾਫ ਕੰਪਲੇਂਟ ਕਰਕੇ FIR ਦਰਜ ਕਰਾ ਦਿਓ। ਚਲੋ ਠੀਕ ਹੈ ਨਹੀਂ, can he do this here? ਆ ਗਿਆ ਜੀ। No, and this is ਹਾਲਾ ਮੈਂ ਆਪਣਾ ਟਵੀਟ ਦੇਖਿਆ ਨਹੀਂਗਾ, I don't know who sent you, maybe edited by the way, let me tell you. Yes, I will see it and tell you. Will you apologize then? नहीं, मैं डिलीट कद नहीं करना, मैं कभी नहीं करता डिलीट, ਤੁਹਾਨੂੰ ਗਲਤਫਹਿਮੀ ਹੈ। ਖਹਿਰਾ ਸਾਹਿਬ ਬੈਠੋ ਹੁਣ ਇਹਨੂੰ ਆਪਾਂ ਇੱਥੇ ਮੰਤਰੀ ਜੀ ਹਰਜੋਤ ਬੈਂਸ
ਜੀ ਸਰ। ਹਾਂ, ਇਹ ਟਵੀਟ ਕਿਤੇ ਤੁਸੀਂ ਆਪਣੇ ਕੋਲੋਂ ਤਾਂ ਨਹੀਂ ਬਣਾ ਲਿਆ? ਸਰ ਇਹ ਟਵੀਟ ਹੁਣ ਵੀ ਤੁਸੀਂ ਵੀ ਸਰ ਟਵਿੱਟਰ ਕਾਫੀ ਯੂਜ਼ ਕਰਦੇ ਹੋ, ਤੁਸੀਂ ਵੀ ਸਕਰੀਨਸ਼ਾਟ ਲੈ ਲਓ ਤੇ ਮੀਡੀਆ ਵੀ ਬੈਠਾ ਸਰ। ਸਰ ਇੱਕ ਸੈਕਿੰਡ ਸੁਣ ਲਓ ਯਾਰ, ਉਹ ਦੇਵਤਾ ਜੀ ਸੁਣ ਲਓ, ਸੁਣਨ ਦਾ ਵੀ ਮਾਦਾ ਰੱਖੋ, ਸੁਣਨ ਦਾ ਵੀ। ਖਹਿਰਾ ਸਾਹਿਬ ਮੇਰਾ ਖਿਆਲ ਹੁਣ ਅੱਛਾ, ਆਪਾਂ ਤੁਹਾਡੀ ਵਾਰੀ ਬੈਠੀਏ, ਨੋਰਮਲੀ ਹੋ ਗਈ, ਅੱਗੇ ਲੈ ਚਲੀਏ ਇਸ ਗੱਲ ਨੂੰ। ਤੁਹਾਡੇ ਵਾਰੀ ਨੋਰਮਲੀ ਹੋ ਗਈ ਸਰ। ਠੀਕ ਹੈ ਤੁਸੀਂ ਠੀਕ ਹੈ ਜੀ, ਸਰ ਤੁਸੀਂ ਇਹਦੇ ਖਿਲਾਫ ਸਾਈਬਰ ਤੇ ਕੰਪਲੇਂਟ ਦਿਓਗੇ? ਸਰ ਬਿਲਕੁਲ। ਹੁਣ 2 ਮਿੰਟ ਸਰ। ਮੰਤਰੀ ਜੀ ਸਰ ਮੈਂ ਮੀਡੀਆ ਦੀ ਹਾਜ਼ਰੀ ਵਿੱਚ ਕਹਿ ਰਿਹਾ ਹੁਣ ਸਰ ਇਹ ਵਿਧਾਨ ਸਭਾ ਦੇ ਫਲੋਟ ਤੇ ਹੋਇਆ ਡਿਸੀਜਨ ਸਰ। ਅਗਰ ਇਹ ਟਵੀਟ ਗਲਤ ਹੋਇਆ ਅਸੀਂ ਸਾਈਬਰ ਸੈੱਲ ਨੂੰ ਕੰਪਲੇਂਟ ਦਵਾਂਗੇ। ਠੀਕ ਹੈ ਜੀ, ਲੈਟ ਦ ਪੁਲਿਸ ਟੇਕ ਐਕਸ਼ਨ। ਠੀਕ ਹੈ ਜੀ, ਹੋ ਗਿਆ, ਬੈਠੋ ਜੀ ਬੈਠੋ। ਮੈਂ ਅਲਾਉ ਕੀਤਾ ਜੀ, ਮੈਂ ਅਲਾਉ ਕੀਤਾ ਯਸ, ਮੈਂ ਅਲਾਉ ਕੀਤਾ। ਦੇਖੋ, ਯੂ ਕੈਨ ਨॉट ਪੁਆਇੰਟ ਫਿੰਗਰਸ ਐਟ ਦਾ ਚੇਅਰ ਦੇ ਫੈਸਲੇ ਉੱਤੇ ਕੋਈ ਵੀ ਮਾਣਯੋਗ ਮੈਂਬਰ ਕੁਐਸਚਨ ਨਹੀਂ ਕਰ ਸਕਦਾ। ਪਲੀਜ਼ ਹੁਣ ਤੁਸੀਂ ਬੈਠੋ, ਆਪਾਂ ਅੱਗੇ ਚਲਾਈਏ। ਕੁਲਵੰਤ ਜੀ ਤੁਸੀਂ ਬੈਠੋ ਜੀ, ਚੇਅਰ ਹੀ ਰੂਲ ਹੈ, ਬੈਠੋ ਤੁਸੀਂ ਫਿਰ। ਤੁਹਾਨੂੰ ਬੁਲਾਇਆ, ਤੁਹਾਨੂੰ ਮੌਕਾ ਦਿੱਤਾ, ਮੇਰੀ ਡਿਊਟੀ ਹੈ, ਪਰ ਆਪਾਂ ਅੱਗੇ ਵੀ ਤੋਰੀਏ ਨਾ, ਇਹ ਇਕੱਲੀ ਡਿਬੇਟ ਤੁਹਾਡੇ ਤਾਂ ਨਹੀਂ ਹੋਣੀ। ਕੁਲਵੰਤ ਜੀ। ਸਪੀਕਰ ਸਾਹਿਬ ਸਮਾਂ ਦੇਣ ਲਈ ਮੰਤਰੀ ਸਾਹਿਬ ਦੇ ਮਾਧਿਅਮ ਨੇ ਮਨ ਨੂੰ ਬੜੀ ਖੁਸ਼ੀ ਜਦੋਂ ਉਹਨਾਂ ਨੇ ਦੱਸਿਆ ਵੀ ਜਿਹੜੇ ਆਜ਼ਾਦੀ ਘੁਲਾਟੀਏ ਪਰਿਵਾਰ ਨੇ ਉਹਨਾਂ ਦੀ ਦੇਖ ਰੇਖ, ਉਹਨਾਂ ਦੇ ਘਰਾਂ ਦੀ ਦੇਖ ਰੇਖ, ਉਹਨਾਂ ਦੀ ਸੇਵਾ ਸੰਭਾਲ ਲਈ ਜਿਹੜਾ ਪੰਜਾਬ ਸਰਕਾਰ ਆ, ਮਾਨ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ। ਤੁਸੀਂ ਵੀ ਇੱਕ ਸਖਤ ਨਿਰਦੇਸ਼ ਜਾਰੀ ਕੀਤਾ ਵੀ ਜਿਹੜਾ ਲਾਭ ਸਿੰਘ ਉਗੂ ਨੇ ਸਵਾਲ ਚੱਕਿਆ ਸੀ ਵੀ ਉਹ ਜਿਹਨੇ ਬੰਦੇ ਨੇ ਅਣਗਹਿਲੀ ਕਰੀ ਹੈ ਵੀ 8400 ਪੈਨਸ਼ਨ ਕਿਵੇਂ ਲੇਟ ਹੋਈ, ਤਾਂ ਮੈਂ ਤੁਹਾਡਾ ਧੰਨਵਾਦ ਕਰਦਾ। ਤੇ ਮੈਂ ਤੁਹਾਡਾ ਧਿਆਨ ਇੱਕ ਲਿਆਉਣਾ ਚਾਹੁੰਦਾ ਕਿ ਲੁਧਿਆਣੇ ਸ਼ਹਿਰ ਵਿੱਚ ਸ਼ਹੀਦ ਸੁਖਦੇਵ ਸਿੰਘ ਥਾਪਰ ਦਾ ਘਰ। ਜੀ ਮੇਰਾ ਨਿਰਦੇਸ਼ ਨਹੀਂ, ਮੇਰੀ ਤਾਂ ਬੇਨਤੀ ਹੈ, ਇਹ ਹਾਊਸ ਦਾ ਨਿਰਦੇਸ਼ ਹੁੰਦਾ। ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਸਰਕਾਰ। 1 ਮਿੰਟ ਹੋਰ ਦੱਸਦਾ, ਤੂੰ ਬੈਠੋ 2 ਮਿੰਟ। ਜਿਹੜਾ ਇਹ ਮੁਕੱਦਸ ਹਾਊਸ ਹੈ, ਸਰਕਾਰ ਭਾਵੇਂ ਪੋਲੀਟੀਕਲ ਪੋਸਟਸ ਨੇ, ਸੰਵਿਧਾਨਿਕ ਪੋਸਟਾਂ ਨੇ ਜਾਂ ਬਿਊਰੋਕ੍ਰੇਸੀ ਹੈ, ਉਹ ਜਵਾਬਦੇਹ ਹੈ ਇਸ ਮੁਕੱਦਸ ਹਾਊਸ ਨੂੰ। ਔਰ ਮੈਨੂੰ ਬਹੁਤ ਵਾਰ ਸਾਡੇ ਮਾਣਯੋਗ ਮੈਂਬਰ ਸਾਹਿਬਾਨ ਦੀਆਂ ਕੰਸਰਨ ਮੇਰੇ ਕੋਲੇ ਆ ਕੇ ਦੱਸਦੇ ਰਹਿੰਦੇ ਨੇ ਕਿ ਸਰਕਾਰ ਦੇ ਵਿੱਚ ਬੈਠੇ ਕਈ ਲੋਕ, ਕਈ ਬਿਊਰੋਕਰੈਟਸ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰਦੇ। ਵੈਸੇ ਤਾਂ ਉਹਦੇ ਵਾਸਤੇ ਕਮੇਟੀ ਬਣੀ ਹੋਈ ਹੈ, ਲੇਕਿਨ ਮੈਂ ਇੱਥੇ ਦੱਸ ਦਿਆਂ ਕਿ ਹਿੰਦੁਸਤਾਨ ਦੇ ਸੰਵਿਧਾਨ ਨੇ 3 ਅੰਗ ਬਣਾਏ ਨੇ ਸਰਕਾਰ ਦੇ। ਜੁਡੀਸ਼ਰੀ ਸਟੇਟ ਦੇ ਵਿੱਚ ਜਿਹਦੇ ਹੈਡ ਮਾਣਯੋਗ ਚੀਫ ਜਸਟਿਸ ਹੁੰਦੇ ਨੇ, ਐਗਜ਼ੈਕਟਿਵ ਜਿਹਦੇ ਹੈਡ ਮਾਣਯੋਗ ਮੁੱਖ ਮੰਤਰੀ ਸਾਹਿਬ ਹੁੰਦੇ ਨੇ, ਤੇ ਲੈਜਿਸਲੇਚਰ ਜਿਹਦੇ ਹੈਡ ਸਪੀਕਰ ਹੁੰਦੇ ਨੇ। ਇਹਨਾਂ 3 ਅੰਗਾਂ ਨੂੰ ਆਪਣੇ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਦੀ ਤਵੱਕੋ ਕੀਤੀ ਜਾਂਦੀ ਹੈ ਸਾਡੇ ਸੰਵਿਧਾਨ ਵੱਲੋਂ। ਕਈ ਵਾਰ ਇੱਕ ਦੂਜੇ ਦੇ ਅਧਿਕਾਰ ਖੇਤਰ ਦੇ ਵਿੱਚ ਜਦੋਂ ਦਖਲਅੰਦਾਜ਼ੀ ਹੁੰਦੀ ਆ ਤਾਂ ਇਹਨਾਂ ਇੰਸਟੀਟਿਊਸ਼ਨਸ ਦੀ ਸੈਂਕਟਿਟੀ ਤੇ ਸੱਟ ਵੱਜਦੀ ਆ। ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਹਾਂ, ਜਿਹੜੀ ਐਗਜ਼ੈਕਟਿਵ ਹੈ, ਜਿਹੜੀ ਸਰਕਾਰ ਹੈ, ਉਹ ਤਾਕਤਾਂ ਲੈਂਦੀ ਹੈ ਵਿਧਾਨ ਸਭਾ ਤੋਂ। ਸੋ ਸਰਕਾਰ ਪੂਰੇ ਤਰ੍ਹਾਂ ਨਾਲ ਜਵਾਬਦੇਹ ਹੁੰਦੀ ਹੈ ਵਿਧਾਨ ਸਭਾ ਨੂੰ। ਔਰ ਜਿੱਥੇ ਵੀ ਕਿਤੇ ਪ੍ਰੋਟੋਕਾਲ ਦੇ ਵਿੱਚ ਉਲੰਘਣਾ ਹੁੰਦੀ ਹੈ ਸਾਡੇ ਮਾਣਯੋਗ ਮੈਂਬਰ ਸਾਹਿਬਾਨ ਦੇ ਵਿੱਚ, ਭਾਵੇਂ ਉਹ ਇੱਧਰ ਬੈਠੇ ਆ ਭਾਵੇਂ ਇੱਧਰ ਬੈਠੇ ਆ, ਉਹਦੇ ਵਿੱਚ ਸਜ਼ਾ, ਉਹਦੇ ਵਿੱਚ ਸਖਤ ਐਕਸ਼ਨ ਲੈਣ ਲਈ ਸੰਵਿਧਾਨ ਨੇ ਇਸ ਹਾਊਸ ਨੂੰ ਐਮਪਾਵਰ ਕੀਤਾ ਹੋਇਆ ਹੈ। ਪਿਛਲੇ ਦਿਨੀ ਯੂਪੀ ਵਿਧਾਨ ਸਭਾ ਦੇ ਵਿੱਚ ਯੂਪੀ ਵਿਧਾਨ ਸਭਾ ਵੱਲੋਂ 1 ਦਿਨ ਦੀ ਕੈਦ ਵੀ ਕੀਤੀ ਗਈ ਹੈ ਕੁਝ ਅਫਸਰਾਂ ਨੂੰ ਜਿਨ੍ਹਾਂ ਨੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ। ਸੋ ਮੈਂ ਫਿਰ ਮਾਨਯੋਗ ਮੰਤਰੀ ਸਾਹਿਬ ਨੂੰ कहना कि डायरेक्शन जारी किए जान निज्जर साहब कि
ਮਾਣਯੋਗ ਮੈਂਬਰਾਂ ਦੇ ਮਾਨ ਸਨਮਾਨ ਦੇ ਵਿੱਚ ਕਿਤੇ ਵੀ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਮੈਂਬਰ ਇੱਕ ਮੈਂਬਰ ਨਹੀਂ ਹੈ, ਇਹ 1.5 ਲੱਖ ਲੋਕਾਂ ਦੇ ਨੁਮਾਇੰਦੇ ਨੇ। ਔਰ ਕਿਤੇ ਵੀ ਮੈਂਬਰ ਦੇ ਪ੍ਰੋਟੋਕਾਲ ਦੇ ਵਿੱਚ ਕੋਈ ਕੁਤਾਹੀ ਹੋਣੀ ਹੈ, ਉਹ 1.5 ਲੱਖ ਲੋਕ, ਕਿਉਂਕਿ ਇਹ ਲੋਕ ਰਾਜ ਹੈ, 1.5 ਲੱਖ ਲੋਕਾਂ ਦੇ ਸਵੈਮਾਨ ਦੇ ਉੱਪਰ ਸੱਟ ਅਸੀਂ ਨਹੀਂ ਵੱਜਣ ਦੇਣੀ, ਇਹ ਹਾਊਸ ਤਾਂ ਕਦੇ ਨਹੀਂ ਵੱਜਣ ਦੇਗਾ। ਸੋ ਬਾਕੀ ਜਿਹੜੇ ਆਜ਼ਾਦੀ ਘੁਲਾਟੀਆਂ ਦੀ ਗੱਲ ਹੈ, ਅਸੀਂ ਤਾਂ ਉਹਨਾਂ ਦਾ ਦੇਣਾ ਦੇ ਹੀ ਨਹੀਂ ਸਕਦੇ, ਜੋ ਮਰਜ਼ੀ ਹੋ ਜੇ।